ਪਿੱਛੇ ਭਾਜੀ ਕਿੰਨਾ ਕੁ ਪਿੱਛੇ ਜਾ ਰਹੇ ਪਿੱਛੇ ਆ ਜਾਂਦੇ ਆ ਦੱਸੋ ਇਹ ਕੀ ਫੈਸਲੇ ਲਏ ਗਏ ਨੇ, ਕੀ ਮਤੇ? ਹਾਂਜੀ ਪੁੱਛੋ ਵੀ ਯਾਰ। ਲਾਪਤਾ ਪਾਵਨ ਸਰੂਪਾਂ ਦੇ ਮਸਲੇ ਤੇ ਪੰਥਕ ਜਥੇਬੰਦੀਆਂ ਦੀ ਇਕੱਤਰਤਾ ਅਕਾਲ ਤਖਤ ਸਾਹਿਬ ਵਿਖੇ ਸੱਦੀ ਗਈ ਸੀ। ਮੀਟਿੰਗ ਸੱਦਣ ਵਾਲਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਤੇ ਯੂਨਾਈਟਿਡ ਅਕਾਲੀ ਦਲ ਸ਼ਾਮਲ ਹਨ। ਜਿਹੜੀਆਂ ਜਥੇਬੰਦੀਆਂ ਅੱਜ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਹਨ ਉਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਫੈਡਰੇਸ਼ਨਸ, ਅਕਾਲ ਫੈਡਰੇਸ਼ਨ, ਅਲਾਇੰਸਿਸ ਫਾਰ ਸਿੱਖ ਆਰਗੇਨਾਈਜੇਸ਼ਨ, ਸ਼੍ਰੋਮਣੀ ਕਮੇਟੀ ਮੈਂਬਰ, ਅਖੰਡ ਕੀਰਤਨੀ ਜਥਾ, ਗਿਆਨੀ ਭਾਈ ਧਿਆਨ ਸਿੰਘ ਮੰਡ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਹੋਏ ਨੇ। ਸਾਰਿਆਂ ਨੇ ਆਪਣੇ ਆਪਣੇ ਵਿਚਾਰ ਇਸ ਮੁੱਦੇ ਤੇ ਦਿੱਤੇ ਨੇ ਜਿਹੜੇ ਸਰੂਪ ਲਾਪਤਾ ਹੋਏ ਨੇ। ਅਸੀਂ ਸਮਝਦੇ ਹਾਂ, ਹਾਊਸ ਨੇ ਸਮਝਿਆ ਕਿ ਲਾਪਤਾ ਇਹ ਸਿਰਫ ਸਾਡੇ ਲਈ ਨੇ। ਜਿਨ੍ਹਾਂ ਦੇ ਕੋਲੋਂ ਹੋਏ ਨੇ ਉਹਨਾਂ ਨੂੰ ਪਤਾ ਕਿ ਕਿੱਥੇ ਗਏ ਨੇ। ਉਹਨਾਂ ਦਾ ਦੋਸ਼ ਇਹ ਹੈ ਕਿ ਉਹ ਦੱਸ ਨਹੀਂ ਰਹੇ। ਜਿਵੇਂ ਕਿਸੇ ਟਾਈਮ ਤੇ ਲਾਪਤਾ ਲਾਸ਼ਾਂ ਦਾ ਮੁੱਦਾ ਉੱਠਿਆ ਸੀ, ਉਹ ਸਾਡੇ ਲਈ ਲਾਪਤਾ ਸੀ, ਪਰ ਜਿਨ੍ਹਾਂ ਨੇ ਲਾਪਤਾ ਕੀਤੇ ਸੀ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਕਿੱਥੇ ਖੁਰਦ-ਬੁਰਦ ਕੀਤੀਆਂ ਨੇ। ਸੋ ਜਿੱਥੇ ਜਿੱਥੇ ਇਹਨਾਂ ਨੇ ਭੇਜੇ ਨੇ ਸਰੂਪ, ਇਹਨਾਂ ਨੂੰ ਪਤਾ ਪਰ ਇਹ ਦੱਸ ਨਹੀਂ ਰਹੇ। ਸੋ ਇਹ ਉਹਦੇ ਦੋਸ਼ੀ ਨੇ। ਦੋਸ਼ੀ ਵੀ ਇੰਨੇ ਵੱਡੇ ਨੇ ਕਿ ਆਪਣੇ ਹੀ ਦੋਸ਼ ਨੂੰ ਛੁਪਾਉਣ ਲਈ ਨਿੱਤ ਦਿਨ ਨਵਾਂ ਝੂਠ ਕੱਢਦੇ ਨੇ, ਬੋਲਦੇ ਨੇ ਔਰ ਬੇਸ਼ਰਮੀ ਦੇ ਨਾਲ ਫਿਰ ਉਹਦੇ ਤੇ ਹੀ ਹੱਸ ਦਿੰਦੇ ਨੇ। ਸੋ ਅੱਜ ਦੇ ਹਾਊਸ ਨੇ ਇਹਨਾਂ ਨੂੰ ਦੋਸ਼ੀ ਵੀ ਪਾਇਆ ਤੇ ਗੁਨੇਗਾਰ ਵੀ ਪਾਇਆ। ਇਹਨਾਂ ਨੇ ਜਿਹੜੀ ਸੰਸਥਾ ਦਾ ਇਹ ਜ਼ਿੰਮੇਵਾਰੀ ਸੀ ਕਿ ਗੁਰੂ ਸਾਹਿਬਾਨਾਂ ਦਾ ਸਤਿਕਾਰ ਕਰਨਾ, ਉਹਨਾਂ ਦੀ ਹਿਫਾਜ਼ਤ ਕਰਨੀ, ਉਹਨਾਂ ਨੇ ਨਾ ਤਾਂ ਹਿਫਾਜ਼ਤ ਕੀਤੀ ਨਾ ਸਤਿਕਾਰ ਕੀਤਾ। ਤੇ ਜਦੋਂ ਅਸੀਂ ਗੁਰੂ ਸਾਹਿਬਾਨ ਦਾ ਸਤਿਕਾਰ ਨਹੀਂ ਕਰਦੇ ਤੇ ਫਿਰ ਅਸੀਂ ਉਹਦਾ ਤਿਰਸਕਾਰ ਕਰ ਰਹੇ ਹੁੰਦੇ ਹਾਂ। ਸੋ ਇਸ ਕਰਕੇ ਇਹ ਦੋਸ਼ੀ ਨੇ ਕਿ ਇਹਨਾਂ ਨੇ ਗੁਰੂ ਦਾ ਸਤਿਕਾਰ ਨਹੀਂ ਕੀਤਾ। ਇਹਨਾਂ ਨੇ ਇੱਕ ਆਈਟਮ ਦੇ ਤੌਰ ਤੇ ਮੰਨ ਕੇ, ਜਿਵੇਂ ਬਾਕੀ ਮਾਮਲਿਆਂ ਦੇ ਵਿੱਚ ਘਪਲੇ ਤੇ ਘੁਟਾਲੇ ਕੀਤੇ ਨੇ, ਸਕੈਂਡਲਸ ਕੀਤੇ ਨੇ, ਇਸੇ ਤਰ੍ਹਾਂ ਗੁਰੂ ਦਾ ਵੀ ਵਪਾਰ ਕੀਤਾ। ਸੋ ਅਸੀਂ ਫੈਸਲੇ ਲਏ ਨੇ ਕਿ ਅੰਤਰਿਮ ਕਮੇਟੀ ਇਨਕਲੂਡਿੰਗ ਪ੍ਰਧਾਨ ਜ਼ਿੰਮੇਵਾਰ ਹੈ, ਨੈਤਿਕ ਤੌਰ ਤੇ ਜ਼ਿੰਮੇਵਾਰ ਹੈ। ਇੱਕ ਕਲੈਕਟਿਵ ਡਿਸੀਜਨ ਜਿਹੜਾ ਹੁੰਦਾ ਉਹਦੇ ਤੌਰ ਤੇ ਇਹ ਜ਼ਿੰਮੇਵਾਰ ਨੇ। ਇਹਨਾਂ ਨੂੰ ਕੁਇਟ ਕਰ ਦੇਣੇ ਚਾਹੀਦੇ ਨੇ ਆਫਿਸ। ਔਰ ਬੇਸ਼ੱਕ ਕੱਲ੍ਹ ਜਿੱਥੇ ਇਹਨਾਂ ਨੇ ਪੇਸ਼ ਹੋਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਪਾਇੰਟੀ ਜਥੇਦਾਰ ਅੱਗੇ, ਉੱਥੇ ਹੀ ਆਪਣੇ ਅਸਤੀਫੇ ਦੇ ਦੇਣ ਤੇ ਚੰਗੇ ਰਹਿਣਗੇ। ਆਪਣੀ ਇਖਲਾਕੀ ਤੌਰ ਤੇ ਇਹਨਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਨੇ, ਚਾਹੇ ਅਕਾਲ ਤਖਤ ਤੇ ਆਗੇ ਦੇ ਦੇਣ, ਚਾਹੇ ਜਥੇਦਾਰਾਂ ਅੱਗੇ ਦੇ ਦੇਣ। ਨੰਬਰ 1। ਦੂਜੀ ਗੱਲ ਹੈਗੀ ਹੈ ਕਿ ਅਸੀਂ ਇਹ ਫੈਸਲੇ ਲਿਆ ਕਿ ਅਸੀਂ 22 ਤਰੀਕ ਨੂੰ, ਜੇਕਰ ਗੋਬਿੰਦ ਸਿੰਘ ਲੌਂਗੋਵਾਲ ਕੱਲ੍ਹ ਅਸਤੀਫਾ ਨਹੀਂ ਦਿੰਦੇ ਪੇਸ਼ ਹੋ ਕੇ ਅਕਾਲ ਤਖਤ ਤੇ ਫਿਰ ਅਸੀਂ 22 ਤਰੀਕ ਨੂੰ ਉਹਨਾਂ ਦੇ ਘਰ ਦੇ ਮੂਹਰੇ ਧਰਨਾ ਦਿਆਂਗੇ। ਸਾਡਾ ਉੱਥੇ ਧਰਨਾ ਸ਼ੁਰੂ ਹੋਏਗਾ। ਕਿੰਨੇ ਦਿਨ ਚੱਲੇਗਾ, ਉਹਦੀ ਕੀ ਨੇਚਰ ਹੋਏਗੀ, ਇਹ ਅਸੀਂ ਉਸ ਦਿਨ 22 ਤਰੀਕ ਉੱਥੇ ਬੈਠ ਕੇ ਦੱਸਾਂਗੇ। ਨੰਬਰ 1। ਜਿਹੜਾ ਇਹਨਾਂ ਨੇ 27 ਤਰੀਕ ਨੂੰ ਕਾਨੂੰਨੀ ਕਾਰਵਾਈ ਦਾ ਮਤਾ ਪਾ ਕੇ 5 ਤਰੀਕ ਨੂੰ ਆਪੇ ਹੀ ਬੈਕ ਟਰੈਕ ਕੀਤਾ ਹੈ, ਵਾਪਸ ਲਿਆ, ਸਾਡੀ ਸਮਝ ਤੋਂ ਬਾਹਰ ਹੈ ਕਿ ਐਡਾ ਵੱਡੇ ਕੀ ਕਾਰਨ ਹੋ ਗਏ ਕਿ ਇਹਨਾਂ ਨੂੰ ਆਪਣੇ ਹੀ ਮਤੇ ਨੂੰ ਆਪੇ ਹੀ ਵਾਪਸ ਲੈਣਾ ਪਿਆ, ਉਹ ਵੀ 5 ਦਿਨਾਂ ਦੇ ਅੰਦਰ ਅੰਦਰ। ਇਹਦੇ ਲਈ ਦੂਜੇ ਨੰਬਰ ਤੇ ਦੋਸ਼ੀ ਨੇ। ਅਸੀਂ ਨਰਾਇਣ ਸਿੰਘ ਚੌੜਾ ਨੇ ਇਹਨਾਂ ਦੇ ਖਿਲਾਫ ਜਿਹੜਾ ਇੱਕ ਦੋਸ਼ ਪੱਤਰ ਵੀ ਮੀਟਿੰਗ ਦੇ ਵਿੱਚ ਪੜ੍ਹਿਆ, ਇਹਨਾਂ ਦੇ ਕਿਹੜੇ ਕਿਹੜੇ ਦੋਸ਼ ਨੇ ਉਹ, ਔਰ ਉਹਦੀ ਜਿਹੜੀ ਇੱਕ ਦੋਸ਼ ਪੱਤਰਾਂ ਦੀ ਜਿਹੜੀ ਸੂਚੀ ਹੈ ਅਸੀਂ ਪ੍ਰੈਸ ਨੂੰ ਤੁਹਾਨੂੰ ਹੁਣੇ ਇੱਥੇ ਦਿਆਂਗੇ। ਸੋ ਇਹ ਦੂਜਾ ਦੋਸ਼ੀ ਹੈ ਕਿ ਇਹ ਆਪਣੇ ਹੀ ਮਤਿਆਂ ਦੇ ਉੱਤੇ ਬੈਕ ਟਰੈਕ ਕੀਤੇ ਨੇ। PHRO ਨੇ ਇੱਕ ਆਫਰ ਕੀਤੀ ਹੈ ਪੰਥਕ ਇਕੱਠ ਦੇ ਵਿੱਚ, ਜਿਨ੍ਹਾਂ ਨੇ ਮਸਲਾ ਉਠਾਇਆ ਸੀ ਕਿ ਅਸੀਂ ਅਗਰ ਇਹਨਾਂ ਨੇ ਆਪਣਾ 27 ਵਾਲਾ ਮਤਾ, ਜਿਹੜਾ ਫੌਜਦਾਰੀ ਵਾਲਾ ਮਤਾ, ਉਹਨੂੰ ਮੁੜ ਲਾਗੂ ਨਾ ਕੀਤਾ 5 ਤਰੀਕ ਵਾਲੇ ਨੂੰ ਰੱਦ ਕਰਕੇ, ਤੇ ਫਿਰ ਅਸੀਂ ਕੋਰਟ ਦੇ ਵਿੱਚ ਜਾਵਾਂਗੇ। ਇਹ PHRO ਦਾ ਕਹਿਣਾ ਹੈ ਤੇ ਅਸੀਂ ਇਹ ਕਿਹਾ ਕਿ ਅਸੀਂ PHRO ਦੀ ਉਸ ਕੰਮ ਦੇ ਲਈ ਸਪੋਰਟ ਕਰਾਂਗੇ, ਉਹਨਾਂ ਦੀ ਮਦਦ ਕਰਾਂਗੇ। ਉਹਨਾਂ ਨੂੰ ਇਸ ਗੱਲ ਲਈ ਮਤਲਬ ਅਸੀਂ ਸ਼ਲਾਘਾ ਵੀ ਕੀਤੀ ਹੈ ਕਿ ਉਹਨਾਂ ਨੇ ਹੁਣ ਤੱਕ ਜਿਹੜਾ ਐਕਸਪੋਜ਼ ਕੀਤਾ ਇਹਨਾਂ ਦੀਆਂ ਮਿਸਡੀਡਸ ਨੂੰ। ਜਿਹੜੀ ਪੜਤਾਲ ਚੱਲ ਰਹੀ ਹੈ ਅਧੂਰੀ ਹੈ, ਜਨਤਕ ਤੌਰ ਤੇ ਉਹਦੀ ਰਿਪੋਰਟ ਸਾਹਮਣੇ ਕੀਤੀ ਜਾਵੇ। ਸਾਨੂੰ ਲੱਗਦਾ ਕਿ ਉਹਦੇ ਵਿੱਚ ਬਹੁਤ ਕੁਝ ਹੈ ਜਿਹੜਾ ਸਾਡੇ ਤੱਕ ਪਹੁੰਚਿਆ ਹੀ ਨਹੀਂ, ਤੇ ਉਹ ਵੀ ਹੈ ਜਿਹੜਾ ਉਹਨਾਂ ਨੂੰ ਵੀ ਨਹੀਂ ਦਿੱਤਾ ਗਿਆ ਤੇ ਉਹ ਤੋਂ ਵੀ ਪਰੇ ਹੈ। ਸੋ ਬਹੁਤ ਕੁਝ ਅਜੇ ਓਲੇ 'ਚ ਹੈ। ਸੋ 22 ਤਰੀਕ ਨੂੰ ਪ੍ਰਧਾਨ ਦੇ ਬਾਹਰ ਧਰਨਾ
ਤੇ ਉਸ ਤੋਂ ਵੱਡਾ ਜਿਹੜਾ ਸਾਡਾ ਐਕਸ਼ਨ ਪ੍ਰੋਗਰਾਮ ਹੈ ਉਹ ਹੈ ਕਿ 28 ਤਰੀਕ ਨੂੰ ਬਜਟ ਇਜਲਾਸ ਹੋਣ ਜਾ ਰਿਹਾ ਹੈ। 28 ਤਰੀਕ ਨੂੰ ਸਾਡੀਆਂ ਸਾਰੀਆਂ ਜਥੇਬੰਦੀਆਂ ਹੋਰ ਸੰਗਤਾਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਆਲੇ ਦੁਆਲੇ ਘੇਰਾ ਕੱਤ ਕੇ ਖਲੋ ਜਾਣਗੀਆਂ। ਹਰ ਮੈਂਬਰ ਜਿਹੜਾ ਅੰਦਰ ਜਾਏਗਾ ਉਹਦੀ ਜ਼ਮੀਰ ਨੂੰ ਹਲੂਣਾ ਦਿਆਂਗੇ, ਉਹਨੂੰ ਦੱਸਾਂਗੇ ਕਿ ਤੂੰ ਕਿੱਥੇ ਜਾ ਰਿਹਾ, ਕਿੰਨਾ ਲੋਕਾਂ ਦੇ ਵਿੱਚ ਬੈਠੇਗਾ, ਕਿਹੜੇ ਮੁੱਦਿਆਂ ਲਈ ਤੁਸੀਂ ਗੁਨੇਗਾਰ ਹੋ। ਤੁਸੀਂ ਆਪਣੇ ਮੈਂਬਰਾਂ ਨੂੰ, ਆਪਣੇ ਅਹੁਦੇਦਾਰਾਂ ਨੂੰ, ਆਪਣੇ ਅਧਿਕਾਰੀਆਂ ਨੂੰ ਜਾ ਕੇ ਝੰਜੋੜੋ ਤੇ ਅਸੀਂ ਇੱਥੇ ਵੇਟ ਕਰਦੇ ਹਾਂ ਕਿ ਜਦੋਂ ਤੁਸੀਂ ਵਾਪਸ ਆਓਗੇ ਅਸੀਂ ਫਿਰ ਤੁਹਾਨੂੰ ਪੁੱਛਾਂਗੇ ਕਿ ਤੁਸੀਂ ਅੰਦਰ ਆਪਣਾ ਫਰਜ਼ ਨਿਭਾ ਕੇ ਆਏ ਹੋ ਕਿ ਨਹੀਂ। ਸੋ 28 ਤਰੀਕ ਨੂੰ ਸਾਡਾ ਐਕਸ਼ਨ ਹੋਏਗਾ ਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਅਸੀਂ ਸਾਰੇ ਰਸਤਿਆਂ ਦੇ ਉੱਤੇ ਖੜ੍ਹ ਕੇ ਪਲੇ ਕਾਰਡ ਲੈ ਕੇ, ਫਲੈਗਸ ਲੈ ਕੇ ਅਸੀਂ ਇਹਨਾਂ ਨੂੰ ਝੰਜੋੜਾਂਗੇ ਵੀ, ਇਹਨਾਂ ਨੂੰ ਸਵਾਲ ਵੀ ਖੜੇ ਕਰਾਂਗੇ ਔਰ ਇਹਨਾਂ ਦੇ ਹੱਥ ਆਪਣਾ ਜਿਹੜਾ ਪੱਤਰ ਹੈ ਉਹ ਵੀ ਦਿਆਂਗੇ। ਤੀਸਰਾ ਐਕਸ਼ਨ ਪ੍ਰੋਗਰਾਮ ਹੈ ਕਿ 25 ਤਰੀਕ ਨੂੰ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਅੱਜ ਸਾਡੇ ਹਾਊਸ ਨੇ ਉਸ ਦਾ ਸਮਰਥਨ ਕੀਤਾ ਹੈ। ਅਸੀਂ ਉਸ ਬੰਦ ਵਿੱਚ ਪੂਰਨ ਰੂਪ ਦੇ ਵਿੱਚ ਹਿੱਸਾ ਵੀ ਪਾਵਾਂਗੇ ਔਰ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ। ਚੌਥਾ ਹੈਗਾ ਕਿ ਸੈਣੀ ਨੂੰ ਜਿਹੜੀ ਬੇਲ ਮਿਲੀ ਹੈ, ਚਾਹੇ ਉਹ ਬੇਲ ਟੈਂਪਰੇਰੀ ਹੈ, ਆਰਜੀ ਹੈ, ਪਰ ਸੁਪਰੀਮ ਕੋਰਟ ਨੇ ਜਿਹੜੀਆਂ ਜ਼ਖਮੀ ਭਾਵਨਾਵਾਂ ਸੀ ਪੀੜਤ ਪਰਿਵਾਰਾਂ ਦੀਆਂ ਔਰ ਇਸ ਪੀੜਤ ਕੌਮ ਦੀਆਂ, ਉਸ ਨੂੰ ਪੂਰੀ ਤਰੀਕੇ ਨਾਲ ਅਣਗੌਲਿਆ ਕੀਤਾ। ਇੱਕ ਬਹੁਤ ਵੱਡਾ ਝਟਕਾ ਦਿੱਤਾ ਇਸ ਸੁਪਰੀਮ ਕੋਰਟ ਨੇ, ਇਸ ਜਸਟਿਸ ਸਿਸਟਮ ਨੇ। ਪਹਿਲਾਂ ਵੀ ਸਾਨੂੰ ਇਨਸਾਫ ਦੀ ਉਮੀਦ ਬਹੁਤ ਘੱਟ ਸੀ, ਪਰ ਜਦੋਂ ਹਾਈ ਕੋਰਟ ਨੇ ਬੇਲ ਰੱਦ ਕੀਤੀ ਤਾਂ ਇੱਕ ਥੋੜ੍ਹੀ ਜਿਹੀ ਉਮੀਦ ਜਾਗੀ ਸੀ, ਪਰ ਸੁਪਰੀਮ ਕੋਰਟ ਨੇ ਉਸ ਉਮੀਦ ਦੇ ਉੱਤੇ ਵੀ ਪਾਣੀ ਪਾਤਾ ਹੈ। ਹਾਲਾਂਕਿ ਇਹ ਆਰਜੀ ਉਹਨੂੰ ਰਿਪਰੀਵ ਮਿਲੀ ਹੈ, ਆਰਜੀ ਛੂਟ ਮਿਲੀ ਹੈ। ਅਸੀਂ ਉਮੀਦ ਕਰਾਂਗੇ ਕਿ ਜਿਹੜੀਆਂ ਜ਼ਖਮੀਆਂ ਭਾਵਨਾਵਾਂ ਨੇ ਨਾ ਪੀੜਤ ਪਰਿਵਾਰਾਂ ਦੀਆਂ ਤੇ ਕੌਮ ਦੀਆਂ, ਜਦੋਂ 3 ਹਫ਼ਤੇ ਬਾਅਦ ਸੁਪਰੀਮ ਕੋਰਟ ਦੁਬਾਰਾ ਬੈਠੇਗੀ ਤੇ ਉਸ ਦਾ ਖਿਆਲ ਰੱਖੇਗੀ। ਕੱਲ੍ਹ ਦੀ ਮੀਟਿੰਗ ਵਿੱਚ ਜੀ ਅਗਰ ਆਪਣੇ ਆਪ ਰਿਜ਼ਾਈਨ ਨਹੀਂ ਕਰਦੇ ਤੇ ਦੂਸਰੇ ਨੰਬਰ ਤੇ ਜੇਕਰ ਅਕਾਲ ਤਖਤ ਸਾਹਿਬ ਵੀ ਇਹਨਾਂ ਨੂੰ ਸੇਵਾ ਲਾ ਕੇ ਮਾਫ ਕਰਦੇ ਤੇ ਕੀ ਐਕਸ਼ਨ ਲਿਆ ਜਾਏਗਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਕੀ ਫੈਸਲਾ ਲੈਂਦੇ ਆ, ਉਹਨਾਂ ਦਾ ਕੱਲ੍ਹ ਲਿਟਮਸ ਟੈਸਟ ਹੈ। ਕਿਉਂਕਿ ਜਦੋਂ ਆਪਣੀ ਹੀ ਅਪੁਆਇੰਟਿੰਗ ਅਥਾਰਟੀ ਮੁਲਜ਼ਮ ਬਣ ਕੇ ਆਪਣੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਹੈ ਤੇ ਫਿਰ ਫੈਸਲਾ ਕਰਨਾ ਬਹੁਤ ਔਖਾ ਹੁੰਦਾ। ਹੁਣ ਤੱਕ ਜਿੰਨਾ ਵੀ ਅਸੀਂ ਦੇਖਿਆ, ਨਾ ਭਾਈ ਰਣਜੀਤ ਸਿੰਘ ਕੋ ਟੋਡਾ ਦੇ ਖਿਲਾਫ ਫੈਸਲਾ ਹੋਇਆ, ਨਾ ਵਦੰਤੀ ਸਾਹਿਬ ਕੋ ਬਾਦਲ ਦੇ ਖਿਲਾਫ ਹੋਇਆ, ਤੇ ਕੱਲ ਫਿਰ ਅਪੁਆਇੰਟਿੰਗ ਅਥਾਰਟੀ ਜਥੇਦਾਰ ਦੇ ਕੇ ਖੜੀ ਹੋ ਰਹੀ ਹੈ ਜਿਹੜੀ ਉਹਨਾਂ ਨੂੰ ਅਪੁਆਇੰਟ ਕਰਦੀ ਹੈ। ਸੋ ਇਹ ਬੜਾ ਵੱਡਾ ਇਮਤਿਹਾਨ ਹੈ। ਅਸੀਂ ਦੇਖਦੇ ਹਾਂ ਕਿ ਇਮਤਿਹਾਨ 'ਚ ਪਾਸ ਹੁੰਦੇ ਆ ਕਿ ਫਿਰ। ਸਰ, ਕੱਲ੍ਹ ਅਗਰ ਮਾਮਲੇ ਨੂੰ ਲਮਕਾਉਣ ਵਾਸਤੇ ਜੇਕਰ ਸਿੱਟ ਬਿਠਾਤੀ ਜਾਂਦੀ ਆ, ਕਿਉਂਕਿ ਆਮ ਤੌਰ ਤੇ ਇਹ ਹੁੰਦਾ ਕਿ ਸਿੱਟ ਬਿਠਾ ਕੇ ਦੇਖੋ, ਆਪਾਂ ਇਮੈਜਿਨਰੀ ਕੋਈ ਗੱਲਾਂ ਨਾ ਕਰੀਏ। ਕੱਲ ਵੀ ਅਸੀਂ ਇੱਥੇ ਹੀ ਹਾਂ, ਇੱਥੇ ਹੀ ਤੁਹਾਡਾ ਸਾਹਮਣਾ ਕਰਾਂਗੇ। ਕੱਲ ਜੋ ਹੋਏਗਾ ਅਸੀਂ ਦੇਖਾਂਗੇ। ਬਹੁਤ ਕੁਝ ਇਲਜ਼ਾਮ ਹੈ, ਬਹੁਤ ਕੁਝ ਇਲਜ਼ਾਮ ਹੈ। ਇਹ ਉਵੇਂ ਹੀ ਹੈ ਜਿਵੇਂ ਪਿੰਕੀ ਕੈਟ ਹੁਣ ਤੋਤੇ ਵਾਂਗੂ ਬੋਲਦਾ ਪਿਆ ਕਿ ਮੇਰੇ ਕੋਲ ਆਹ ਕਰਾਉਂਦੇ ਸੀ, ਆਹ ਕਰਾਉਂਦੇ ਸੀ, ਆਹ ਕਰਾਉਂਦੇ ਸੀ। ਨਾਲ ਮੰਨੀ ਵੀ ਜਾ ਰਿਹਾ ਕਿ ਮੈਂ ਕਰਦਾ ਵੀ ਰਿਹਾ, ਮਾਰਦਾ ਵੀ ਰਿਹਾ, ਤੇ ਨਾਲੇ ਵੀ ਕਹਿੰਦਾ ਰਿਹਾ ਕਿ ਧਮਕੀ ਦਿੰਦੇ ਸੀ ਜੇ ਨਹੀਂ ਮਾਰੇਗਾ ਤੇ ਤੈਨੂੰ ਛੁੱਟੀ ਕਰ ਦਿਆਂਗੇ। ਸੋ ਇਹ ਹੁਣ ਜਿਹੜੇ ਮੁਲਾਜ਼ਮ ਨੇ ਸਭ ਬੋਲਣਗੇ। ਕੁਛ ਜ਼ਮੀਰ, ਕਿਸੇ ਦੀ ਜ਼ਮੀਰ ਉਹਨੂੰ ਟੁੰਬੇਗੀ, ਕਿਸੇ ਦਾ ਪਰਿਵਾਰ ਉਹਨੂੰ ਟੁੰਬੇਗਾ ਕਿ ਤੂੰ ਗੁਰੂ ਦੇ ਘਰ ਇਹ ਕਰਕੇ ਆਇਆ, ਤੇ ਕੁਛ ਮਜਬੂਰ ਹੋਣਗੇ ਬੋਲਣ ਲਈ। ਹਾਲੇ ਆਏ ਦਿਨ ਤੁਹਾਨੂੰ ਇਹਨਾਂ ਕੋਲੋਂ ਬਹੁਤ ਮਸਾਲਾ ਮਿਲੇਗਾ। ਜਿਨ੍ਹਾਂ ਨੇ ਸਰਕਾਰ ਕਮੇਟੀਆਂ ਨੂੰ ਧਰਨਾ ਦੇਣ ਲੱਗਿਆ ਮਾਰਿਆ ਕੁੱਟਿਆ ਜਾਂ ਅਸੀਂ ਉਹਦੀ ਨਿੰਦਾ ਕਰਦੇ ਹਾਂ। ਉਹ ਜਿਹੜੇ ਵੀਰ ਉੱਧਰ ਬੈਠੇ ਨੇ ਸਾਡੇ ਭਰਾ ਨੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਸਾਡੇ 'ਚੋਂ ਹੁਣ ਉੱਧਰ ਸੱਜਣ ਉਹਨਾਂ ਨੂੰ ਮਿਲ ਕੇ ਵੀ ਜਾਣਗੇ।